सर इनकम टैक्स के पोर्टल ਦੇ ਵਿੱਚ ਨਵੇਂ पोर्टल सब तो ਵੱਡੀ प्रॉब्लम यही आ रही है कि वो ਚੱਲ ही नहीं रहा। ਭਾਵੇਂ ਉਹ ਚਾਰਟਰਡ ਅਕਾਊਂਟੈਂਟ ਹੈ, ਭਾਵੇਂ ਐਡਵੋਕੇਟ ਹੈ, ਭਾਵੇਂ ਇਨਕਮ ਟੈਕਸ ਪ੍ਰੈਕਟੀਸ਼ਨਰ ਹੈ, ਉਹਦੇ ਵਿੱਚ ਕੰਮ ਹੀ ਨਹੀਂ ਕਰ ਪਾ ਰਹੇ। ਜੇ ਅਸੀਂ 10 ਨੰਬਰ ਦੇਖਦੇ ਹਾਂ ਤਾਂ ਉਹਦਾ ਨੰਬਰ ਨਹੀਂ ਜਨਰੇਟ ਹੁੰਦਾ, ਐਰਰ ਸ਼ੋ ਕਰ ਦਿੰਦਾ। ਜੇ ਅਸੀਂ ਰਿਟਰਨ ਫਾਈਲ ਕਰਦੇ ਹਾਂ ਤਾਂ ਉਹਦੀ ਰਿਟਰਨ ਨਹੀਂ ਆਉਂਦੀ। ਤੇ ਜੇ ਕੋਈ ਨੰਬਰ ਹੈ ਉਹ ਨਹੀਂ ਜਨਰੇਟ ਹੁੰਦਾ, ਵਨ ਟਾਈਮ ਪਾਸਵਰਡ ਜਾਂਦਾ, ਉਹ ਲੱਗਦਾ ਨਹੀਂ। ਜੇ ਲੱਗ ਜਾਂਦਾ ਤਾਂ ਉਹ ਇਨਵੈਲਿਡ ਸ਼ੋ ਕਰ ਦਿੰਦਾ। ਜੇ ਇਨਵੈਲਿਡ ਸ਼ੋ ਕਰਕੇ ਫਿਰ ਭਰ ਜਾਂਦਾ, ਫਿਰ ਉਹ ਡਾਟਾ ਖਾਲੀ ਹੋ ਜਾਂਦਾ, ਪਿੱਛੇ ਸ਼ੋ ਕੁਛ ਨਹੀਂ ਹੁੰਦਾ। ਇਨਕਮ ਟੈਕਸ ਦੇ ਪੋਰਟਲ ਦੇ ਅੰਦਰ ਕੀ ਪ੍ਰੋਬਲਮ ਕੀ ਆ ਰਹੀ ਹੈ? ਸਰ ਇਨਕਮ ਟੈਕਸ ਦੇ ਪੋਰਟਲ ਦੇ ਵਿੱਚ ਨਵੇਂ ਪੋਰਟਲ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਰਹੀ ਹੈ ਕਿ ਉਹ ਚੱਲ ਹੀ ਨਹੀਂ ਰਿਹਾ। ਅਸੀਂ ਉਹਦੇ ਵਿੱਚ ਕੰਮ ਨਹੀਂ ਕਰ ਪਾ ਰਹੇ। ਮੈਜੋਰਿਟੀ ਫੀਲਡ ਉਹਦੇ ਵਿੱਚ ਕੰਮ ਨਹੀਂ ਕਰ ਰਹੀਆਂ। ਅਸੀਂ ਆਪਣੀ ਐਸਐਸਸੀ ਆਪਣੀ ਰਿਟਰਨ ਨਹੀਂ ਭਰ ਪਾ ਰਿਹਾ। ਭਾਵੇਂ ਉਹ ਚਾਰਟਰਡ ਅਕਾਊਂਟੈਂਟ ਹੈ, ਭਾਵੇਂ ਐਡਵੋਕੇਟ ਹੈ, ਭਾਵੇਂ ਇਨਕਮ ਟੈਕਸ ਪ੍ਰੈਕਟੀਸ਼ਨਰ ਹੈ, ਉਹਦੇ ਵਿੱਚ ਕੰਮ ਹੀ ਨਹੀਂ ਕਰ ਪਾ ਰਹੇ। ਜੇ ਅਸੀਂ 10 ਨੰਬਰ ਦੇਖਦੇ ਹਾਂ ਤਾਂ ਉਹਦਾ ਨੰਬਰ ਨਹੀਂ ਜਨਰੇਟ ਹੁੰਦਾ, ਐਰਰ ਸ਼ੋ ਕਰ ਦਿੰਦਾ। ਜੇ ਅਸੀਂ ਰਿਟਰਨ ਫਾਈਲ ਕਰਦੇ ਹਾਂ ਤਾਂ ਉਹਦੀ ਰਿਟਰਨ ਨਹੀਂ ਆਉਂਦੀ। ਤੇ ਜੇ ਕੋਈ ਨੰਬਰ ਹੈ ਉਹ ਨਹੀਂ ਜਨਰੇਟ ਹੁੰਦਾ, ਵਨ ਟਾਈਮ ਪਾਸਵਰਡ ਜਾਂਦਾ, ਉਹ ਲੱਗਦਾ ਨਹੀਂ। ਜੇ ਲੱਗ ਜਾਂਦਾ ਤਾਂ ਉਹ ਇਨਵੈਲਿਡ ਸ਼ੋ ਕਰ ਦਿੰਦਾ। ਜੇ ਇਨਵੈਲਿਡ ਸ਼ੋ ਕਰਕੇ ਫਿਰ ਭਰ ਜਾਂਦਾ, ਫਿਰ ਉਹ ਡਾਟਾ ਖਾਲੀ ਹੋ ਜਾਂਦਾ, ਪਿੱਛੇ ਸ਼ੋ ਕੁਛ ਨਹੀਂ ਹੁੰਦਾ। ਇਸ ਸਬਜੈਕਟ ਦੇ ਵਿੱਚ ਕਿਸੇ ਸਰਕਾਰ ਨਾਲ ਗੱਲ ਕੀਤੀ ਗਈ ਹੈ? ਫਿਰ ਅਸੀਂ ਲੋਕਲ ਲੈਵਲ ਤੇ ਡਿਪਾਰਟਮੈਂਟ ਨਾਲ ਗੱਲ ਕੀਤੀ ਹੈ, ਪਰ ਉਹ ਕਹਿੰਦੇ ਸਾਰਾ ਕੁਝ ਸੈਂਟਰ ਤੋਂ ਕੰਟਰੋਲਡ ਹੈ। ਇਨਕਮ ਟੈਕਸ ਡਿਪਾਰਟਮੈਂਟ ਦਾ ਇਹਦੇ ਵਿੱਚ ਸੈਂਟਰ ਤੋਂ ਫਾਈਨਾਂਸ ਮਿਨਿਸਟਰ ਜਾਂ ਸੈਂਟਰ ਯੂਨੀਅਨ ਮਿਨਿਸਟਰ ਤੋਂ ਇਹ ਕੰਟਰੋਲਡ ਹੈ। ਇਹਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ, ਕਿਉਂਕਿ ਇੱਥੇ ਦੇ ਹੈਵ ਸ਼ੋਨ ਦੇਅਰ ਹੈਲਪਲੈਸਨੈਸ ਕਿ ਜੀ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਤੁਹਾਡੀ ਕੋਈ ਰਿਪਰੈਜ਼ੈਂਟੇਸ਼ਨ ਉਹ ਲੈ ਸਕਦੇ ਹਾਂ, ਕੋਈ ਜਵਾਬ ਲੈ ਸਕਦੇ ਹਾਂ, ਅਸੀਂ ਉਹਦੇ ਤੇ ਐਕਸ਼ਨ ਕੁਝ ਨਹੀਂ ਲੈ ਸਕਦੇ। ਇਨਕਮ ਟੈਕਸ ਭਰਨ ਦੇ ਵਿੱਚ ਪੋਰਟਲ ਦੇ ਅੰਦਰ ਪ੍ਰੋਬਲਮ ਆ ਰਹੀ ਹੈ ਤੇ ਲੋਕਾਂ ਨੂੰ ਵੀ ਇਹਦੀ ਸਮੱਸਿਆ ਜ਼ਿਆਦਾ ਆ ਰਹੀ ਹੈ। ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਜੀ। ਜਿਹਨੇ ਆਪਣੀ ਕੋਈ ਰਿਟਰਨ ਭਰਨੀ, ਉਹ ਰਿਟਰਨ ਨਹੀਂ ਭਰ ਪਾ ਰਿਹਾ। ਜਿਹਨੇ ਬਾਹਰ ਜਾਣਾ, ਉਹਨੇ 15 CACB ਫਾਰਮ ਜਨਰੇਟ ਕਰਨਾ, ਉਹ ਨਹੀਂ ਕਰਾ ਪਾ ਰਿਹਾ। ਜਿਹਦੀ ਅਪੀਲ ਲੱਗੀ ਹੋਈ ਹੈ ਉਹ ਜਵਾਬ ਨਹੀਂ ਦੇ ਪਾ ਰਿਹਾ। ਜੇ ਉਹ ਜਵਾਬ ਦੇ ਪਾਉਂਦਾ ਤਾਂ ਉਹਦਾ ਸ਼ੋਅ ਕੁਝ ਨਹੀਂ ਹੁੰਦਾ। ਤੇ ਡਿਪਾਰਟਮੈਂਟ ਦਾ ਅਲੱਗ ਇੱਕ ਪੋਰਟਲ ਹੈ ਜਿਹੜਾ ਕੰਮ ਕਰੀ ਜਾਂਦਾ ਕਿ ਜੀ ਆਹ ਤੁਸੀਂ ਨਹੀਂ ਦਿੱਤਾ, ਤੁਸੀਂ ਨਹੀਂ ਦਿੱਤਾ, ਤੁਸੀਂ ਨਹੀਂ ਦਿੱਤਾ। ਤੁਹਾਡੀ ਇਸ ਪਰ ਕੀ ਡਿਮਾਂਡ ਕੀ ਹੈ? ਸਰ ਅਸੀਂ ਸਿਰਫ ਇੰਨੀ ਡਿਮਾਂਡ ਕਰਦੇ ਹਾਂ ਕਿ ਜਿਹੜਾ ਨਵਾਂ ਇਨਕਮ ਟੈਕਸ ਪੋਰਟਲ ਸਰਕਾਰ ਨੇ ਲਾਂਚ ਕੀਤਾ ਉਹ ਜਲਦੀ ਤੋਂ ਜਲਦੀ ਸੇਵਾਵ੍ਰਿਤ ਹੋ ਜਾਵੇ ਤੇ ਉਹ ਆਪਣੀਆਂ ਜਿਹੜੀਆਂ ਫੀਲਡ ਨੇ ਸਾਰੀਆਂ ਫੀਲਡ ਉਹਦੀਆਂ ਕੰਮ ਕਰਨਾ ਸ਼ੁਰੂ ਕਰ ਦੇਣ। ਬਹੁਤ ਬਹੁਤ ਧੰਨਵਾਦ ਜੀ। Myself Pushkar Soni, I am presently co-convener of District Taxation Bar Association लुधियाना। डिपार्टमेंट ने 1 जून से पोर्टल को चेंज करने का प्रावधान लाया। उन्होंने आज 1.5 महीना हो चुका है, उन्होंने नया पोर्टल ले आया है, बट अभी तक प्रॉपरली नहीं चल रहा। अब इनकम टैक्स रिटर्न फाइलिंग की पहले 31 जुलाई डेट होती थी, तो अब तक उन्होंने एक्सटेंड करके इसको 30 सितंबर कर दिया और अब तक कोई फॉर्म अपलोड करने की कोई प्रावधान अभी प्रॉपरली अपलोड नहीं हो पा रहा है। महीने से जैसे पोर्टल में प्रॉब्लम आ रही है तो उसके बिना काम कैसे होगा? उसके बिना बहुत मुश्किल आ रही है। अब कई लोगों के बैंकों में प्रपोजल चल रहे हैं, उसके लिए कईयों के रिन्यूअल चल रही है बैंक का प्रपोजल। अब कईयों को वीज़ा अप्लाई करना है, और वो वीज़ा के लिए जो इनकम टैक्स की लेटेस्ट रिटर्न मांगते हैं, वो सारे काम रुके पड़े हैं। हमारे ऑफिस आज जुलाई में अगर आप देखो तो भरे होते थे, क्योंकि 31 जुलाई लास्ट डेट होती थी। अब हम भी अपने ऑफिस में खाली बैठे हैं। कोई भी काम, मतलब स्पीड इतनी स्लो हो चुकी है काम की। और अब पहले तो काम मैनुअल डिपार्टमेंट जाके हम करवाते थे, बट आज की डेट में काम सारा ऑनलाइन हो चुका है। तो ऑनलाइन के लिए जो एक साइट हमारा माध्यम होता था डिपार्टमेंट को रिप्लाई देने का, वो सारा बंद हुआ पड़ा है। नाम भी बता दो। जो साइट का इनकम टैक्स इन्होंने पहले इनकम टैक्स ई फाइलिंग साइट होती थी, उस साइट का उन्होंने चेंज करके इनकम टैक्स
.gov.in कर दिया है। ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਡਿਸਟ੍ਰਿਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ ਡਾਇਰੈਕਟ ਟੈਕਸੀ ਲੁਧਿਆਣਾ ਜਿਹਦਾ ਗਠਨ 1981 ਦੇ ਵਿੱਚ ਹੋਇਆ ਸੀ, ਜਿਹੜੀ ਨਿਰੰਤਰ ਇਹ ਪ੍ਰਯਾਸ ਕਰਦੀ ਹੈ ਕਿ ਸਾਡੇ ਜਿਹੜੇ ਮੈਂਬਰਾਂ ਨੇ ਚਾਰਟਰਡ ਅਕਾਊਂਟੈਂਟਸ, ਐਡਵੋਕੇਟਸ ਔਰ ਟੈਕਸ ਪ੍ਰੈਕਟੀਸ਼ਨਰਸ, ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਵਾਇਆ ਜਾਵੇ। ਇਸੇ ਦੇ ਮੁਤਲਕ ਅਸੀਂ ਅੱਜ ਇੱਕ ਮੁੱਖ ਮੁੱਦਾ ਸਾਡਾ ਹੈਗਾ ਕਿ ਇਨਕਮ ਟੈਕਸ ਦਾ ਜਿਹੜਾ ਡਿਪਾਰਟਮੈਂਟ ਦਾ ਨਵਾਂ ਪੋਰਟਲ ਜਾਰੀ ਕੀਤਾ ਗਿਆ ਸੀ, ਉਹਦੇ ਪਿੱਛੇ ਸਰਕਾਰ ਦੀ ਮਨਸ਼ਾ ਤਾਂ ਇਹ ਸੀ ਕਿ ਅਸੀਂ ਇਨਕਮ ਟੈਕਸ ਦੀ ਬਿਹਤਰ ਕਾਰਜ ਪ੍ਰਣਾਲੀ ਨੂੰ ਬਣਾਉਣ ਲਈ ਉਹ ਪੋਰਟਲ ਦੇ ਵਿੱਚ ਨਵੀਆਂ ਸੁਵਿਧਾਵਾਂ ਦਈਏ, ਪਰ ਤਕਨੀਕੀ ਕਾਰਨਾਂ ਕਰਕੇ ਉਹ ਪੋਰਟਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਿਹਾ। ਉਹ ਟੈਕਨੀਕਲ ਗਲਿਚਿਸ ਹੋਣ ਦੇ ਕਾਰਨ, ਤਕਨੀਕੀ ਖਾਮੀਆਂ ਹੋਣ ਦੇ ਕਾਰਨ ਜਿਹੜੀਆਂ ਸਾਨੂੰ ਸਮੱਸਿਆਵਾਂ ਹੋ ਰਹੀਆਂ ਨੇ, ਉਹਨਾਂ ਦੇ ਲਈ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਔਰ ਮਾਨਯੋਗ ਕੇਂਦਰੀ ਵਿੱਤ ਮੰਤਰੀ ਜੀ ਨੂੰ ਮੈਮੋਰੈਂਡਮਸ ਦੇ ਰਹੇ ਹਾਂ ਔਰ ਤੁਹਾਡੇ ਮੀਡੀਆ ਰਾਹੀਂ ਇਹ ਦੱਸ ਰਹੇ ਹਾਂ ਕਿ ਕਿਹੜੀਆਂ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ। ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ, ਪਹਿਲੀ ਸਮੱਸਿਆ ਸਾਡੀ ਇਹ ਹੈ ਕਿ ਅਸੀਂ ਰਿਟਰਨ ਹੀ ਨਹੀਂ ਭਰ ਪਾ ਰਹੇ। CA3 CB3 CD ਇਹ ਸਾਰੇ ਜਿਹੜੇ ਕੰਮ ਹੈ ਸਾਰੇ ਰੁਕੇ ਹੈ, ਲੋਕਾਂ ਨੂੰ ਹਰੈਸਮੈਂਟ ਹੋ ਰਹੀ ਹੈ। ਇਹ ਹਰੈਸਮੈਂਟ ਨੂੰ ਬਚਾਉਣ ਵਾਸਤੇ ਇਹ ਕਾਨਫਰੰਸ ਕੀਤੀ ਗਈ ਹੈ ਤਾਂ ਕਿ ਸਰਕਾਰ ਤੱਕ ਕੰਨਾਂ ਤੱਕ ਪਹੁੰਚ ਸਕੇ ਵੀ ਇਹ ਪ੍ਰੋਬਲਮ ਸਾਰੇ ਰਿਸੈਸਿਸ ਫੇਸ ਕਰ ਰਹੇ ਨੇ ਔਰ ਉਹਨਾਂ ਦੀ ਪ੍ਰੋਬਲਮ ਜਲਦ ਤੋਂ ਜਲਦ ਠੀਕ ਕੀਤੀ ਜਾਵੇ ਤਾਂ ਕਿ ਇਨ ਫਿਊਚਰ ਜਿਹੜਾ ਹੈ ਕੰਮ ਸਮੂਥ ਹੋ ਸਕੇ।